ਅਲਫਾਜ਼ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ। ਅਲਫਾਜ਼ ਚੈਨਲ ਸੁਣਨ ਵਾਲਿਆਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਲਫਾਜ਼ ਜੋ ਸਾਡੀ ਜ਼ਿੰਦਗੀ 'ਤੇ ਗਹਿਰਾ ਪ੍ਰਭਾਵ ਪਾਉਂਦੇ ਹਨ। ਜੇ ਅਲਫਾਜ਼ ਵਜ਼ਨਦਾਰ ਹੋਣ ਤਾਂ ਕਿਸੇ ਨੂੰ ਮੁਸ਼ਕਿਲ ਵਿੱਚੋਂ ਕੱਢ ਸਕਦੇ ਹਨ, ਕਿਸੇ ਦੀ ਨਵੀਂ ਉਮੀਦ ਬਣ ਸਕਦੇ ਹਨ। ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਅਲਫਾਜ਼ ਦੀ ਕਹਾਣੀ ਤੁਹਾਡੇ ਲਈ ਹਿੰਮਤ ਬਣੇ। ਸੋ ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ। ਇੱਕ ਚੱਕਰਵਰਤੀ ਬਾਦਸ਼ਾਹ ਸੀ। ਉਸ ਕੋਲ ਬੜੇ ਪਦਾਰਥ ਅਤੇ ਬਹੁਤ ਸਾਰੇ ਦੇਸ਼ਾਂ ਦੀ ਹਕੂਮਤ ਸੀ, ਪਰ ਉਸਦੇ ਘਰ ਵਿੱਚ ਰਾਜਗੱਦੀ ਦਾ ਵਾਰਸ ਕੋਈ ਨਹੀਂ ਸੀ, ਯਾਨੀ ਉਸਦਾ ਪੁੱਤਰ ਕੋਈ ਨਹੀਂ ਸੀ। ਪੁੱਤਰ ਪ੍ਰਾਪਤੀ ਵਾਸਤੇ ਬੜੇ ਹੀ ਯਤਨ ਕੀਤੇ, ਪਰ ਜਦੋਂ ਕੋਈ ਵੀ ਯਤਨ ਸਫਲ ਨਾ ਹੋਇਆ ਤਾਂ ਇਸ ਨੇ ਆਪਣੇ ਰਾਜ ਤੋਂ ਸਿਆਣੇ ਜੋਤਸ਼ੀ ਬੁਲਾ ਲਏ। ਉਹਨਾਂ ਪਾਸੋਂ ਪੁੱਛਿਆ ਕਿ ਮੇਰੇ ਘਰ ਕਿਸ ਤਰੀਕੇ ਪੁੱਤਰ ਹੋਏ। ਸਾਰੇ ਜੋਤਸ਼ੀਆਂ ਨੇ ਆਪੋ ਆਪਣੀ ਜੋਤਿਸ਼ ਅਨੁਸਾਰ ਵਿਚਾਰ ਕਰਕੇ ਦੱਸਿਆ, ਤੁਹਾਡੇ ਕਰਮਾਂ ਵਿੱਚ ਤਾਂ 7 ਜਨਮ ਤੱਕ ਵੀ ਪੁੱਤਰ ਨਹੀਂ, ਪਰ ਇੱਕ ਤਰੀਕਾ ਹੈ, ਕਿਸੇ ਦੇਵਤੇ ਨੂੰ ਪ੍ਰਸੰਨ ਕਰਨ ਨਾਲ ਤੇਰੇ ਘਰ ਵਿੱਚ ਪੁੱਤਰ ਹੋ ਸਕਦਾ ਹੈ। ਬਾਦਸ਼ਾਹ ਨੇ ਪੁੱਛਿਆ, ਦੇਵਤਾ ਖੁਸ਼ ਕਿਵੇਂ ਹੋਵੇ? ਜੋਤਸ਼ੀ ਕਹਿਣ ਲੱਗੇ, ਵਰਾਂ ਦੀ ਦਾਤੀ ਜਗਤਮਾਈ ਚੰਡਕਾ ਛੇਤੀ ਪ੍ਰਸੰਨ ਹੋ ਜਾਂਦੀ ਹੈ। ਉਸ ਦੀ ਖੁਸ਼ੀ ਵਾਸਤੇ ਕਿਸੇ ਮਨੁੱਖ ਦੀ ਬਲੀ ਦੇਣੀ ਪਵੇਗੀ। ਬਾਦਸ਼ਾਹ ਕਹਿਣ ਲੱਗਾ, ਇਹ ਮੇਰੇ ਵਾਸਤੇ ਕੋਈ ਔਖੀ ਗੱਲ ਨਹੀਂ। ਫਾਂਸੀ ਦੇਣ ਵਾਲੇ ਖੂਨੀ ਜਾਂ ਕਿਸੇ ਉਮਰ ਕੈਦੀ ਦੀ ਬਲੀ ਦੇ ਕੇ ਮੈਂ ਜਗਤ ਮਾਤਾ ਦੀ ਪ੍ਰਸੰਨਤਾ ਹਾਸਲ ਕਰ ਲਵਾਂਗਾ। ਜੋਤਸ਼ੀਆਂ ਨੇ ਕਿਹਾ, ਨਹੀਂ ਬਾਦਸ਼ਾਹ ਜੀ, ਇਸ ਤਰ੍ਹਾਂ ਬਲੀ ਪ੍ਰਵਾਨ ਨਹੀਂ ਹੁੰਦੀ। ਕਿਸੇ ਨੂੰ ਜ਼ਬਰਦਸਤੀ ਕਤਲ ਕਰਕੇ ਬਲੀ ਪ੍ਰਵਾਨ ਨਹੀਂ ਹੁੰਦੀ। ਜੇ ਕੋਈ ਮਾਤਾ ਪਿਤਾ ਆਪਣੀ ਖੁਸ਼ੀ ਨਾਲ ਤੁਹਾਡੇ ਪਾਸ ਆਪਣਾ ਪੁੱਤਰ ਵੇਚੇ ਅਤੇ ਉਹ ਬੱਚਾ ਵੀ ਆਪਣੇ ਆਪ ਨੂੰ ਖੁਸ਼ੀ ਨਾਲ ਕੁਰਬਾਨ ਹੋਣਾ ਪ੍ਰਵਾਨ ਕਰੇ ਤਾਂ ਦੇਵੀ ਖੁਸ਼ ਹੁੰਦੀ ਹੈ, ਤਾਂ ਤੁਸੀਂ ਉਸ ਦੀ ਪ੍ਰਸੰਨਤਾ ਹਾਸਲ ਕਰ ਸਕਦੇ ਹੋ, ਜ਼ਬਰਦਸਤੀ ਨਾਲ ਨਹੀਂ। ਜੋਤਸ਼ੀਆਂ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਬਹੁਤ ਸੋਚ ਵਿਚਾਰ ਕੀਤੀ ਅਤੇ ਫਿਰ ਉਸਨੇ ਪੂਰੇ ਦੇਸ਼ ਵਿੱਚ ਬੁਨਿਆਦੀ ਕਰਵਾ ਦਿੱਤੀ ਕਿ ਜੇ ਕੋਈ ਮਾਤਾ ਪਿਤਾ ਮੇਰੀ ਖੁਸ਼ੀ ਵਾਸਤੇ ਆਪਣਾ ਬੱਚਾ ਮੇਰੇ ਪਾਸ ਵੇਚੇਗਾ, ਮੈਂ ਉਸ ਨੂੰ ਮੂੰਹ ਮੰਗੀ ਦੌਲਤ ਦੇਵਾਂਗਾ, ਉਸ ਦਾ ਘਰ ਭਰ ਦਿਆਂਗਾ। ਬਾਦਸ਼ਾਹ ਦਾ ਇਹ ਢੰਡੋਰਾ ਗਰੀਬ ਅਤੇ ਅਮੀਰ ਸਭ ਦੇ ਕੰਨੀ ਪਿਆ, ਪਰ ਆਪਣੇ ਜਿਗਰ ਦੇ ਟੋਟੇ ਨੂੰ, ਆਪਣੇ ਬੱਚੇ ਨੂੰ ਕੋਈ ਵੀ ਚਾਂਦੀ ਦੇ ਟੁਕੜਿਆਂ ਬਦਲੇ ਵੇਚਣ ਨੂੰ ਤਿਆਰ ਨਹੀਂ ਸੀ। ਅਖੀਰ ਨੂੰ ਇੱਕ ਅਭਾਗਣ ਮਾਂ ਦੇ ਕੰਨੀ ਇਹ ਆਵਾਜ਼ ਪਈ। ਉਸਦੇ 7 ਪੁੱਤਰ ਸਨ। ਘਰਾਂ ਵਿੱਚ ਆਖਰਾਂ ਦੀ ਗਰੀਬੀ ਸੀ। 6 ਤਾਂ ਘਰ ਦੇ ਕੰਮ ਕਰਨ ਵਾਲੇ ਸਨ, ਪਰ 7ਵਾਂ ਸਾਰਾ ਦਿਨ ਸੰਤਾਂ ਸਾਧੂਆਂ ਕੋਲ ਬੈਠਾ ਰਹਿੰਦਾ ਸੀ, ਉਹਨਾਂ ਦੀ ਸੇਵਾ ਕਰਦਾ ਸੀ, ਕਥਾ ਕੀਰਤਨ ਸੁਣਦਾ ਰਹਿੰਦਾ ਸੀ। ਮਾਤਾ ਪਿਤਾ ਨੂੰ ਆਪਣਾ ਉਹ ਬੱਚਾ ਵਾਧੂ ਲੱਗਦਾ ਸੀ, ਕਿਉਂਕਿ ਉਹ ਕੋਈ ਕਮਾਈ ਨਹੀਂ ਸੀ ਕਰਦਾ। ਮਾਤਾ ਪਿਤਾ ਨੇ ਵਾਧੂ ਜਾਣ ਕੇ ਉਸ ਨੂੰ ਬਾਦਸ਼ਾਹ ਕੋਲ ਵੇਚ ਦਿੱਤਾ ਅਤੇ ਬਾਦਸ਼ਾਹ ਕੋਲੋਂ ਮੂੰਹ ਮੰਗੇ ਹੀਰੇ ਜਵਾਹਰਾਤ ਲੈ ਲਏ। ਬਾਦਸ਼ਾਹ ਨੇ ਜੋਤਸ਼ੀਆਂ ਦੀ ਸਲਾਹ ਨਾਲ ਬਲੀ ਦੇਣ ਦਾ ਇੱਕ ਦਿਨ ਪੱਕਾ ਕਰ ਲਿਆ। ਉਸ ਦਿਨ ਉਸ ਬੱਚੇ ਦੀ ਬਲੀ ਦੇਣੀ ਸੀ। ਉਸ ਬੱਚੇ ਨੂੰ ਬੜੇ ਪਿਆਰ ਨਾਲ ਚੰਗੇ ਪਦਾਰਥ ਖਵਾਏ ਪਿਲਾਏ, ਸਿਪਾਹੀਆਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ। ਉਸ ਬੱਚੇ ਨੂੰ ਸਾਰੀ ਗੱਲ ਦਾ ਪਤਾ ਸੀ ਕਿ ਮੇਰੀ ਮੌਤ ਨੇੜੇ ਆਉਣ ਵਾਲੀ ਹੈ, ਪਰ ਉਹ ਸ਼ਾਂਤ ਸੀ। ਸੰਤਾਂ ਦੀ ਸੰਗਤ ਕਰ ਸਦਕਾ ਉਸ ਦਾ ਮਨ ਜਰਾ ਵੀ ਡਾਵਾਂ ਡੋਲ ਨਾ ਹੋਇਆ। ਉਹ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਿਆ ਰਿਹਾ। ਬਲੀ ਦੇਣ ਦੇ ਨਿਯਤ ਕੀਤੇ ਦਿਨ ਬਾਦਸ਼ਾਹ ਦੇ ਹੁਕਮ ਮੁਤਾਬਕ, ਜਿਵੇਂ ਫਾਂਸੀ ਵਾਲੇ ਮੁਜਰਮ ਨੂੰ ਕਹਿੰਦੇ ਹਨ ਕਿ ਜੋ ਕੁਝ ਖਾਣਾ ਖਾ ਲੈ, ਜਿਸ ਨੂੰ ਮਿਲਣਾ ਮਿਲ ਲੈ, ਤੈਨੂੰ ਫਲਾਣੇ ਦਿਨ ਫਾਂਸੀ ਦਿੱਤੀ ਜਾਵੇਗੀ। ਹਾਂ, ਜੇਕਰ ਕੋਈ ਆਖਰੀ ਇੱਛਾ ਹੈ ਤਾਂ ਉਹ ਵੀ ਇੱਛਾ ਦੱਸ ਦੇ, ਅਸੀਂ ਤੇਰੀ ਇੱਛਾ ਪੂਰੀ ਕਰ ਦੇਵਾਂਗੇ। ਇਸੇ ਤਰ੍ਹਾਂ ਹੀ ਬਾਦਸ਼ਾਹ ਨੇ ਉਸ ਬੱਚੇ ਨੂੰ ਪੁੱਛਿਆ ਕਿ ਤੇਰੀ ਕੋਈ ਆਖਰੀ ਇੱਛਾ ਹੈ? ਜੇ ਤੇਰੇ ਕੋਈ ਮਨ ਵਿੱਚ ਆਖਰੀ ਇੱਛਾ ਹੈ ਤਾਂ ਦੱਸ ਦੇ, ਤੇਰੀ ਉਹ ਇੱਛਾ ਪੂਰੀ ਕੀਤੀ ਜਾਵੇਗੀ। ਉਸ ਬੱਚੇ ਨੇ ਕਿਹਾ, ਮੈਂ ਇਸ ਵੇਲੇ ਨਦੀ 'ਤੇ ਇਸ਼ਨਾਨ ਕਰਨਾ ਚਾਹੁੰਦਾ ਹਾਂ। ਅਤੇ ਬਾਦਸ਼ਾਹ ਦਾ ਹੁਕਮ ਪਾ ਕੇ ਸਿਪਾਹੀ ਉਸ ਬੱਚੇ ਨੂੰ ਨਦੀ 'ਤੇ ਲੈ ਗਏ। ਉਸ ਬੱਚੇ ਨੇ ਨਦੀ 'ਤੇ ਇਸ਼ਨਾਨ ਕੀਤਾ, ਨਦੀ ਜੋ ਬਿਲਕੁਲ ਬਾਦਸ਼ਾਹ ਦੇ ਮਹਿਲਾਂ ਦੇ ਨਜ਼ਦੀਕ ਹੀ ਸੀ। ਫਿਰ ਕੁਛ ਚਿਰ
ਉਸ ਨਦੀ ਦੇ ਕਿਨਾਰੇ ਇੱਕ ਜਗ੍ਹਾ 'ਤੇ ਬੈਠ ਗਿਆ, ਸਿਮਰਨ ਕੀਤਾ, ਫਿਰ ਉੱਠਿਆ, ਮਿੱਟੀ ਦੀਆਂ 4 ਢੇਰੀਆਂ ਬਣਾਈਆਂ, ਚੌਹਾਂ ਵੱਲ ਬੜੇ ਧਿਆਨ ਨਾਲ ਵੇਖਿਆ। ਪਹਿਲਾਂ ਇੱਕ ਢੇਰੀ ਦੁਆਲੇ ਪਰਿਕਰਮਾ ਕੀਤੀ, ਉਸ ਨੂੰ ਢਾਹ ਦਿੱਤਾ। ਫਿਰ ਦੂਜੀ ਢੇਰੀ ਵੱਲ ਗਿਆ, ਉਸ ਢੇਰੀ ਦੇ ਦੁਆਲੇ ਦੁਆਲੇ ਪਰਿਕਰਮਾ ਕੀਤੀ, ਉਸ ਨੂੰ ਵੀ ਢਾਹ ਦਿੱਤਾ। ਅਤੇ ਫਿਰ ਤੀਜੀ ਢੇਰੀ ਵੱਲ ਗਿਆ, ਉਸ ਨੂੰ ਬੜੇ ਗੌਰ ਨਾਲ ਵੇਖਿਆ, ਉਸ ਦੁਆਲੇ ਪਰਿਕਰਮਾ ਕੀਤੀ, ਫਿਰ ਉਸ ਨੂੰ ਵੀ ਢਾਹ ਦਿੱਤਾ। ਅਤੇ ਫਿਰ ਚੌਥੀ ਢੇਰੀ ਕੋਲ ਗਿਆ, ਉਸ ਦੀ ਪਰਿਕਰਮਾ ਕੀਤੀ ਅਤੇ ਖਿੜ ਕੇ ਹੱਸਿਆ, ਨਮਸਕਾਰ ਕੀਤੀ। ਇਹ ਸਾਰਾ ਕੌਤਕ ਬਾਦਸ਼ਾਹ ਆਪਣੇ ਮਹਿਲਾਂ 'ਤੇ ਚੜ੍ਹਿਆ ਵੇਖ ਰਿਹਾ ਸੀ। ਉਹ ਮਹਿਲਾਂ ਵਿੱਚ ਬੱਚੇ ਨੂੰ ਇਸ ਲਈ ਵੇਖ ਰਿਹਾ ਸੀ ਤਾਂ ਜੋ ਬੱਚਾ ਉਸ ਦੀ ਨਿਗਰਾਨੀ ਵਿੱਚ ਰਹੇ। ਪਰ ਉਹ ਹੈਰਾਨ ਹੋ ਗਿਆ, ਇਹ ਬੱਚਾ ਕੀ ਕਰ ਰਿਹਾ ਹੈ। ਜਦੋਂ ਬੱਚਾ ਇਸ਼ਨਾਨ ਕਰਕੇ ਵਾਪਸ ਆਇਆ ਤਾਂ ਬਾਦਸ਼ਾਹ ਨੇ ਬੱਚੇ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ, ਤੂੰ ਕੀ ਕਰ ਰਿਹਾ ਸੀ? ਪਹਿਲਾਂ ਤੂੰ ਢੇਰੀਆਂ ਬਣਾਈਆਂ, ਫਿਰ ਢਾਈਆਂ, ਫਿਰ ਹੱਸਿਆ, ਪਰਿਕਰਮਾ ਕੀਤੀ, ਕੀ ਰਾਜ ਹੈ? ਤਾਂ ਬੱਚਾ ਕਹਿਣ ਲੱਗਾ, ਬਾਦਸ਼ਾਹ ਜੀ, ਇਹਨਾਂ ਗੱਲਾਂ ਨਾਲ ਤੁਹਾਡਾ ਕੋਈ ਸਬੰਧ ਨਹੀਂ। ਤੁਸੀਂ ਆਪਣਾ ਮਤਲਬ ਹੱਲ ਕਰੋ। ਤੁਸੀਂ ਮੈਨੂੰ ਬਲੀ ਦੇਣ ਵਾਸਤੇ ਲਿਆਏ ਹੋ, ਤੁਸੀਂ ਉਹ ਕੰਮ ਕਰੋ। ਪਰ ਬਾਦਸ਼ਾਹ ਵਾਰ-ਵਾਰ ਬੱਚੇ ਤੋਂ ਉਸ ਦਾ ਕਾਰਨ ਪੁੱਛਣਾ ਚਾਹੁੰਦਾ ਸੀ। ਬਾਦਸ਼ਾਹ ਨੇ ਬੱਚੇ ਨੂੰ ਬਹੁਤ ਮਜਬੂਰ ਕੀਤਾ ਤਾਂ ਬੱਚੇ ਨੇ ਕਿਹਾ, ਮੈਂ ਮਹਾਂਪੁਰਖਾਂ ਦੀ ਸੰਗਤ ਵਿੱਚ ਸੁਣਿਆ ਹੈ ਕਿ ਆਦਮੀ ਦੇ 4 ਸਹਾਇਕ ਹੁੰਦੇ ਹਨ। ਪਹਿਲਾ ਮਾਤਾ ਪਿਤਾ, ਦੂਜਾ ਦੇਸ਼ ਦਾ ਰਾਜਾ ਬਾਦਸ਼ਾਹ, ਤੀਜਾ ਦੇਵੀ ਦੇਵਤੇ ਅਤੇ ਚੌਥਾ ਪਰਮਾਤਮਾ। ਇਹ ਸੋਚ ਕੇ ਮੈਂ 4 ਢੇਰੀਆਂ ਬਣਾਈਆਂ। ਪਹਿਲੀ ਢੇਰੀ ਮਾਤਾ ਪਿਤਾ ਦੀ ਢੇਰੀ ਸੀ। ਮੈਂ ਉਸ ਵੱਲ ਤੱਕਿਆ, ਸੋਚਿਆ ਮਾਤਾ ਪਿਤਾ ਨੇ ਤਾਂ ਮੈਨੂੰ ਪੈਸਿਆਂ ਵਾਸਤੇ ਵੇਚ ਦਿੱਤਾ, ਇਹਨਾਂ ਮੇਰੀ ਕੀ ਮਦਦ ਕਰਨੀ ਹੈ। ਇਹ ਜਾਣ ਕੇ ਮੈਂ ਪਹਿਲੀ ਢੇਰੀ ਢਾਹ ਦਿੱਤੀ ਅਤੇ ਦੂਜੀ ਢੇਰੀ ਬਾਦਸ਼ਾਹ ਜੀ ਤੁਹਾਡੇ ਵੱਲ ਖਿਆਲ ਕੀਤਾ ਕਿ ਬਾਦਸ਼ਾਹ ਆਪਣੀ ਜਨਤਾ ਦਾ, ਆਪਣੀ ਪ੍ਰਜਾ ਦਾ ਰਾਖਾ ਹੁੰਦਾ ਹੈ। ਪਰ ਇਹ ਬਾਦਸ਼ਾਹ ਕਾਹਦਾ ਜਿਹੜਾ ਆਪਣੇ ਮਤਲਬ ਵਾਸਤੇ ਮੈਨੂੰ ਖੁਦ ਮਰਵਾ ਰਿਹਾ ਹੈ। ਇਸ ਦੀ ਆਸ ਕਾਹਦੀ ਰੱਖਣੀ। ਇਹ ਸੋਚ ਕੇ ਦੂਜੀ ਢੇਰੀ ਢਾਹ ਦਿੱਤੀ ਅਤੇ ਤੀਜੀ ਢੇਰੀ ਦੇਵੀ ਦੇਵਤਿਆਂ ਦੀ। ਫਿਰ ਸੋਚਿਆ, ਦੇਵੀ ਦੇਵਤਿਆਂ ਨੇ ਮੇਰੀ ਕੀ ਮਦਦ ਕਰਨੀ ਹੈ। ਦੇਵੀ ਤਾਂ ਖੁਦ ਮੇਰੇ ਖੂਨ ਦੀ ਪਿਆਸੀ ਹੈ, ਬਲੀ ਲੈਣ ਨੂੰ ਤਿਆਰ ਹੈ। ਇਹ ਸੋਚ ਕੇ ਮੈਂ ਤੀਜੀ ਢੇਰੀ ਵੀ ਢਾਹ ਦਿੱਤੀ ਅਤੇ ਚੌਥੀ ਢੇਰੀ ਪਰਮਾਤਮਾ ਦੀ ਰੱਖ ਲਈ, ਕਿਉਂਕਿ ਹਰ ਸਮੇਂ ਹਰ ਵੇਲੇ ਜੀਵ ਦੀ ਰੱਖਿਆ ਕਰਦਾ ਹੈ, ਹਰ ਵੇਲੇ ਜੀਵ ਦੇ ਨਾਲ ਰਹਿੰਦਾ ਹੈ। ਬਾਦਸ਼ਾਹ ਉਸ ਬੱਚੇ ਦੀਆਂ ਗੱਲਾਂ ਸੁਣ ਕੇ ਬੜਾ ਹੈਰਾਨ ਹੋਇਆ ਕਿ ਇਹੋ ਜਿਹਾ ਸੰਤ ਸੇਵੀ ਅਕਲਮੰਦ ਬੱਚਾ ਕਿੱਥੋਂ ਮਿਲਣਾ ਹੈ। ਇਸ ਦੀ ਬਲੀ ਦੇ ਕੇ ਸ਼ਾਇਦ ਮੇਰੇ ਘਰ ਵਿੱਚ ਪੁੱਤਰ ਹੋਵੇ ਜਾਂ ਨਾ, ਕਿਉਂ ਨਾ ਇਸ ਨੂੰ ਹੀ ਆਪਣਾ ਪੁੱਤਰ ਬਣਾ ਕੇ ਰਾਜ ਤਿਲਕ ਦੇ ਦੇਵਾਂ। ਇਹ ਸੋਚ ਕੇ ਉਸ ਵੇਲੇ ਉਸ ਬੱਚੇ ਨੂੰ ਕੁੱਟ ਕੇ ਛਾਤੀ ਨਾਲ ਲਗਾਇਆ, ਬੜਾ ਪਿਆਰ ਕੀਤਾ, ਪੁੱਤਰ ਬਣਾ ਕੇ ਮਹਿਲਾਂ ਵਿੱਚ ਲੈ ਗਿਆ ਅਤੇ ਸਾਰੇ ਸਲਾਹਕਾਰਾਂ ਨਾਲ ਮਸ਼ਵਰਾ ਕਰਕੇ ਰਾਜ ਤਿਲਕ ਦੇ ਦਿੱਤਾ। ਸੋ ਇਸ ਸਾਖੀ ਦਾ ਜਾਂ ਇਸ ਕਹਾਣੀ ਦਾ ਪ੍ਰਭਾਵ ਸਾਡੀ ਜ਼ਿੰਦਗੀ 'ਤੇ ਵੀ ਪੈਂਦਾ ਹੈ ਕਿ ਸੰਗਤ ਕਰਨ ਨਾਲ, ਪਰਮਾਤਮਾ 'ਤੇ ਵਿਸ਼ਵਾਸ ਕਰਨ ਨਾਲ, ਭਜਨ ਬੰਦਗੀ ਕਰਨ ਨਾਲ ਦੁਨਿਆਵੀ ਅਤੇ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਹ ਪਰਮਾਤਮਾ ਆਪਣੇ ਸੇਵਕਾਂ ਦੀ ਮਾਣ ਇੱਜ਼ਤ ਰੱਖਦਾ ਹੈ। ਧੰਨਵਾਦ ਜੀ। ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਅਤੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਾ ਭੁੱਲਣਾ। ਮਿਲਦੇ ਹਾਂ ਫਿਰ ਕਿਸੇ ਨਵੀਂ ਵੀਡੀਓ ਵਿੱਚ। ਧੰਨਵਾਦ ਜੀ।